ਤੇ ਸਤਿਗੁਰੂ ਨੇ ਆਖਿਆ ਵੀ ਇਸ ਸਵਾਹ ਦੇ ਨਾਲ ਤੂੰ ਪਾਰ ਨਹੀਂ ਹੋਣਾ। ਚੰਗਾ ਹੁੰਦਾ ਜੇ ਇਹ ਸਵਾਹ ਇੱਕ ਕੋਈ ਖੋਤਾ ਜਾਂ ਗਧਾ ਜਾਂ ਹਾਥੀ ਆਪਣੇ ਸਰੀਰ ਨੂੰ ਮਲਦਾ, ਉਹਨਾਂ ਨੂੰ ਅਕਲ ਨਹੀਂ ਸੀ, ਮਤ ਨਹੀਂ ਸੀ। ਪਰ ਤੂੰ ਚੰਗਾ ਭਲਾ ਮਨੁੱਖਾ ਸਰੀਰ ਲੈ ਕੇ ਤੈਨੂੰ ਪਰਮਾਤਮਾ ਨੇ ਸੁੰਦਰ ਦਿਮਾਗ ਦਿੱਤਾ ਹੈ ਔਰ ਸੋਝੀ ਦਿੱਤੀ। ਜੋ ਸ਼ਕਤੀ ਬੋਲਣ ਦੀ, ਸੁਣਨ ਦੀ, ਸਮਝਣ ਦੀ ਤੇਰੇ ਕੋਲ ਹੈ, ਉਹ ਜਾਨਵਰਾਂ ਕੋਲ ਨਹੀਂ। ਪਰ ਅੱਜ ਜੇ ਰੱਬ ਨੇ ਜ਼ੁਬਾਨ ਨਾ ਦਿੱਤੀ ਹੁੰਦੀ ਫਿਰ ਕੀ ਹਾਲ ਹੁੰਦਾ। ਔਰ ਰੱਬ ਨੇ ਜ਼ੁਬਾਨ ਦਿੱਤੀ ਹੈ ਬੋਲਣ ਵਾਸਤੇ, ਤੇ ਲੋਕ ਪ੍ਰਚਾਰ ਕਰ ਰਹੇ ਨੇ ਵੀ ਸਾਡੇ ਬਾਬਾ ਜੀ ਮੋਨੀ ਨੇ, ਇਹ ਬੋਲਦੇ ਨਹੀਂ। ਇਸ ਕਰਕੇ ਬਾਬਾ ਜੀ ਸਿਆਣੇ ਹੋ ਗਏ ਤੇ ਜ਼ੁਬਾਨ ਦੇਣ ਵਾਲਾ ਰੱਬ ਉਹ ਪਾਗਲ ਹੈ, ਕਮਲ ਹੈ ਜਿਨਨੇ ਜ਼ੁਬਾਨ ਦਿੱਤੀ। ਹੁਣ ਬੋਲਣ ਦੀ ਜਿਹੜੀ ਸਮਰੱਥਾ ਹੈ ਇਹ ਮੇਰਾ ਮਾਲਕ ਪਰਮਾਤਮਾ ਦੇ ਰਿਹਾ। ਔਰ ਜਿਨ੍ਹਾਂ ਦੇ ਕੋਲ ਸ਼ਬਦ ਨਹੀਂ, ਜ਼ੁਬਾਨ ਦੇ ਵਿੱਚ ਬੋਲਣ ਦੀ ਸਮਰੱਥਾ ਨਹੀਂ, ਉਹਨਾਂ ਤੋਂ ਪੁੱਛੋ ਵੀ ਇਹ ਜ਼ੁਬਾਨ ਦੀ ਕਦਰ ਤੇ ਕੀਮਤ ਕੀ ਹੈ। ਕੇਵਲ ਗੂੰਗੇ ਲੋਕ ਹੀ ਜ਼ੁਬਾਨ ਦੀ ਕਦਰ ਚਾਰ ਬੋਲਾਂ ਦੀ ਜਾਣ ਸਕਦੇ ਨੇ। ਔਰ ਕੇਵਲ ਭੇਖ ਬਣਾ ਕੇ ਭੇਖੀ ਲੋਕ ਪ੍ਰਚਾਰ ਕਰ ਰਹੇ ਨੇ ਵੀ ਸਾਡੇ ਬਾਬਾ ਜੀ ਵਰਗਾ ਕੋਈ ਮੋਨੀ ਨਹੀਂ। ਇਹ ਸਭ ਪਖੰਡ ਹੈ। ਔਰ ਚੁੱਪ ਰਹਿਣ ਦੇ ਨਾਲ ਰੱਬ ਨਹੀਂ ਮਿਲਣਾ। ਕੌਣ ਕਹਿ ਰਿਹਾ? ਉਹ ਸਤਿਗੁਰੂ ਜਿਨਨੇ ਆਪਣੇ 4 ਪੁੱਤਰ ਕੁਰਬਾਨ ਕੀਤੇ, ਉਹ ਸਤਿਗੁਰੂ ਜਿਨਨੇ ਆਪਣੀ ਮਾਤਾ ਪਿਤਾ ਤੇ ਜਾਨ ਤੋਂ ਪਿਆਰੇ ਸਿੰਘ ਕੁਰਬਾਨ ਕਰ ਦਿੱਤੇ। ਉਹ ਸਤਿਗੁਰੂ ਕਹਿੰਦੇ ਭਲਿਆ ਚੁੱਪ ਰਹਿਣ ਨਾਲ ਰੱਬ ਨਹੀਂ ਮਿਲਣਾ। ਜੇ ਚੁੱਪ ਰਹਿਣ ਨਾਲ ਰੱਬ ਮਿਲਦਾ ਫਿਰ ਦਰਖਤ ਕਿਹੜਾ ਬੋਲਦੇ ਨੇ, ਦਰਖਤਾਂ ਨੂੰ ਮਿਲਣਾ ਚਾਹੀਦਾ ਸੀ। ਇਹ 20 ਕਵਿਤਾਂ ਦੇ ਵਿੱਚੋਂ ਪਹਿਲਾ ਕਵਿਤਾ ਕਲਗੀਧਰ ਪਿਤਾ ਦਾ ਖੂਕ ਮਲ ਹਾਰੀ, ਗੱਜ ਗਧਾ ਬਿਭੂਤ ਧਾਰੀ, ਗਿਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ, ਤਰਵਰ ਦਾ ਅਰਥ ਹੁੰਦਾ ਹੈ ਰੁੱਖ, ਦਰਖਤ, ਤਰਵਰ ਸਦੀਵ ਮੌਨ ਸਾਧੇ ਹੀ ਮਰਤ ਹੈ। ਕਹਿੰਦੇ ਵੀ ਜਦੋਂ ਦਰਖਤ ਉੱਗਦਾ ਧਰਤੀ ਦੇ ਵਿੱਚੋਂ ਉਦੋਂ ਵੀ ਨਹੀਂ ਬੋਲਦਾ। ਜਦੋਂ ਦਰਖਤ ਭਾਵੇਂ ਸਦੀਆਂ ਭਰ ਖਲੋਤਾ ਰਹੇ, ਤਰਵਰ ਸਦੀਵ ਕਈ ਸਦੀਆਂ, ਮੌਨ ਸਾਧੇ ਹੀ ਮਰਤ ਹੈ, ਪਰ ਇਹ ਕੱਟਿਆ ਜਾਂਦਾ ਹੈ ਉਦੋਂ ਵੀ ਨਹੀਂ ਬੋਲਦਾ। ਜੇ ਚੁੱਪ ਰਹਿਣ ਦੇ ਨਾਲ ਰੱਬ ਮਿਲਦਾ ਤੇ ਕਲਗੀਧਰ ਪਿਤਾ ਕਹਿੰਦੇ ਫਿਰ ਦਰਖਤਾਂ ਨੂੰ ਮਿਲਣਾ ਚਾਹੀਦਾ ਸੀ। ਇਸ ਕਰਕੇ ਕਲਗੀਧਰ ਪਿਤਾ ਕਹਿੰਦੇ ਵੀ ਜੇ ਭਾਵਨਾ ਚੰਗੀ ਨਹੀਂ ਨਾ ਤੇ ਰੱਬ ਨਹੀਂ ਮਿਲਦਾ। ਜੇ ਭਾਵਨਾ ਚੰਗੀ ਹੈ ਤੇ ਭਾਗ ਤਾਂ ਹੀ ਲੱਗੇਗਾ। ਇਸ ਕਰਕੇ ਭਾਵਨਾ ਤੋਂ ਬਿਨਾਂ, ਚੰਗੀ ਸੋਚ ਤੋਂ ਬਿਨਾਂ, ਗਿਆਨ ਤੋਂ ਬਿਨਾਂ ਕਦੀ ਰੱਬ ਨਹੀਂ ਪ੍ਰਾਪਤ ਹੋ ਸਕਦਾ। ਇਸ ਕਰਕੇ ਸਤਿਗੁਰੂ ਨੇ ਅੱਜ ਸਭ ਤੋਂ ਪਹਿਲਾਂ ਜੋਗੀ ਦੀ ਗੱਲ ਕੀਤੀ ਹੈ ਵੀ ਜੋਗੀ ਜੀ ਤੁਸੀਂ ਵੀ ਸੁੱਤੇ ਹੋਏ ਹੋ, ਸਵਾਹ ਮਲੀ ਹੋਈ ਹੈ, ਮੋਨੀ ਵੀ ਹੈ, ਹੱਥ ਦੇ ਵਿੱਚ ਠੂਠਾ ਵੀ ਪਕੜਿਆ, ਲੱਕੜ ਦਾ ਡੰਡਾ ਵੀ ਤੇਰੇ ਕੋਲ ਹੈ, ਕੰਨਾਂ ਦੇ ਵਿੱਚ ਮੁੰਦਰਾਂ ਵੀ ਪਾਈਆਂ ਨੇ, ਪਰ ਤੈਨੂੰ ਪਤਾ ਨਹੀਂ ਸੀ ਵੀ ਮੁੰਦਾਂ ਸੰਤੋਖ, ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ। ਔਰ ਗੱਲ ਬਣਨੀ ਸੀ ਮਨ ਜੀਤੈ ਜਗ ਜੀਤ। ਜੇ ਮਨ ਨੂੰ ਜਿੱਤ ਦੋ ਤੇ ਤਾਂ ਜਗਤ ਦੇ ਉੱਪਰ ਜਿੱਤ ਹੋਣੀ ਸੀ। ਮੁੰਦਾਂ ਸੰਤੋਖ, ਸੰਤੋਖ ਦੀਆਂ ਮੁੰਦਰਾਂ ਪਾ, ਤੇਰੇ ਵਿੱਚ ਸਬਰ ਹੋਣਾ ਚਾਹੀਦਾ ਹੈ, ਸੰਤੋਖ ਹੋਣਾ ਚਾਹੀਦਾ ਮਨ ਕਰਕੇ। ਬਾਹਰੀ ਤੌਰ ਤੇ ਸਵਾਹਾਂ ਮਲ ਕੇ ਤੂੰ ਲੋਕਾਂ ਨੂੰ ਨਾ ਦਿਖਾ। ਕਹਿੰਦੇ ਵੀ ਕੀ ਹੋਇਆ, ਇੱਕ ਵਾਰੀ ਇੱਕ ਜੋਗੀ ਉਹਨੇ ਆਪਣੇ ਤਨ ਤੇ ਆਪਣੇ ਸਰੀਰ ਦੇ ਉੱਪਰ ਸਵਾਹ ਮਲੀ ਹੋਈ ਤੇ ਇੱਕ ਗੁਰਮੁਖ ਨੇ ਉਹਨੂੰ ਰੋਜ਼ਾਨਾ ਆਖਣਾ ਵੀ ਤੁਸੀਂ ਆਪਣੇ ਸਰੀਰ ਦੇ ਉੱਪਰ ਸਵਾਹ ਮਲੀ ਹੈ, ਤੁਹਾਡਾ ਨਾਮ ਕੀ ਹੈ? ਉਹਨੇ ਆਖਿਆ ਵੀ ਮੇਰਾ ਨਾਮ ਸ਼ਾਂਤੀ ਦਾਸ ਹੈ। ਇਹ ਸਵਾਹ ਕਿਉਂ ਮਲੀ ਹੈ?
ਕਹਿੰਦਾ ਵੀ ਇਹ ਵੀ ਸ਼ਾਂਤੀ ਦਾ ਹੀ ਪ੍ਰਤੀਕ ਹੈ, ਮੇਰਾ ਨਾਮ ਵੀ ਸ਼ਾਂਤੀ ਦਾਸ ਹੈ ਔਰ ਮੇਰਾ ਪਹਿਰਾਵਾ ਵੀ ਇੱਕ ਸ਼ਾਂਤੀ ਵਾਲਾ ਹੈ। ਭਾਵ ਕਿ ਮੈਂ ਸਵਾਹ ਮਲੀ, ਮੈਂ ਦੱਸਣਾ ਇਹ ਚਾਹੁੰਦਾ ਵੀ ਮੇਰੇ ਵਿੱਚ ਇਦਾਂ ਦਾ ਵਿਕਾਰ ਨਹੀਂ ਜੋ ਮੇਰੀ ਜ਼ਿੰਦਗੀ ਤੇ ਜੀਵਨ ਨੂੰ ਖਰਾਬ ਕਰ ਸਕੇ। ਉਹਨੇ ਕਿਹਾ ਜੋਗੀ ਜੀ ਮੇਰੇ ਵਿੱਚ ਵੀ ਇਹ ਸ਼ਾਂਤੀ ਆ ਜਾਵੇ ਤੇ ਮੇਰੇ ਤੇ ਵੀ ਇਹ ਤੁਸੀਂ ਕਿਰਪਾ ਕਰ ਦਿਓ। ਜੋਗੀ ਦਾ ਅਰਥ ਹੁੰਦਾ ਹੈ ਮਿਲਾਪ। ਜੋਗ ਦਾ ਅਰਥ ਹੈ ਮਿਲਾਪ ਔਰ ਜੋਗੀ ਦਾ ਅਰਥ ਹੈ ਜਿਹੜਾ ਰੱਬ ਦੇ ਮਿਲਾਪ ਵਾਸਤੇ ਤੁਰਿਆ, ਰੱਬ ਨੂੰ ਪਾਉਣ ਵਾਸਤੇ ਜਿਹੜਾ ਤੁਰਿਆ। ਉਹ ਕਹਿੰਦਾ ਵੀ ਤੁਸੀਂ ਰੱਬ ਨੂੰ ਪਾਉਣ ਵਾਸਤੇ ਤੁਰੇ ਹੋ ਤੇ ਮੇਰੇ ਤੇ ਵੀ ਕਿਰਪਾ ਕਰੋ ਵੀ ਮੈਂ ਵੀ ਰੱਬ ਨੂੰ ਪਾਉਣਾ ਹੈ, ਮੈਨੂੰ ਵੀ ਕੋਈ ਜੁਗਤੀ ਦੱਸ ਦਿਓ। ਰੋਜ਼ਾਨਾ ਉਹਨੇ ਆਖਣਾ ਤੇ ਇੱਕ ਦਿਨ ਉਹਨੇ ਕੀ ਕੀਤਾ, ਕ੍ਰੋਧ ਦੇ ਵਿੱਚ ਆ ਕੇ ਉਹਨੇ ਉਸ ਸੱਜਣ ਦੇ ਪੈਰ ਦੇ ਉੱਪਰ ਪੱਥਰ ਮਾਰਿਆ। ਪੱਥਰ ਮਾਰਿਆ ਤੇ ਉਹ ਕਹਿੰਦਾ ਅੱਜ ਮੈਨੂੰ ਬੋਧ ਹੋ ਗਿਆ, ਪਤਾ ਲੱਗ ਗਿਆ ਵੀ ਤੁਸੀਂ ਨਾਮ ਕਰਕੇ ਹੀ ਸ਼ਾਂਤੀ ਦਾਸ ਹੋ, ਸਵਾ ਮਲੀ ਔਰ ਲੋਕਾਂ ਨੂੰ ਦੱਸ ਰਹੇ ਹੋ, ਪਰ ਤੁਹਾਡੇ ਅੰਦਰ ਕ੍ਰੋਧ ਦੀ ਅੱਗ ਦੇ ਭਾਂਬੜ ਮੱਚ ਰਹੇ ਨੇ ਔਰ ਸਹਿਣਸ਼ੀਲਤਾ ਤੁਹਾਡੇ ਵਿੱਚ ਬਿਲਕੁਲ ਹੈ ਹੀ ਨਹੀਂ। ਕਹਿੰਦਾ ਇਕੱਲਾ ਨਾਮ ਸ਼ਾਂਤੀ ਦਾਸ ਰੱਖ ਕੇ ਅੰਦਰ ਸ਼ਾਂਤੀ ਨਹੀਂ ਆਉਣੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਮਨ ਅੰਧਾ ਨਾਉ ਸੁਜਾਨ। ਬੰਦਾ ਨਾਮ ਆਪਣਾ ਰੱਖ ਲਵੇ ਸੁਜਾਨ ਤੇ ਮਨ ਹੋਵੇ ਅੰਨਾ, ਨਾਮ ਰੱਖ ਲਵੇ ਗੁਰਮੁਖ ਸਿੰਘ ਤੇ ਕੰਮ ਹੋਣ ਮਨ ਮੁਖਾਂ ਵਾਲੇ। ਇਸ ਕਰਕੇ ਜੇ ਮਨ ਅੰਨਾ ਤੇ ਨਾਮ ਸੁਜਾਨ ਰੱਖਿਆ ਹੋਇਆ ਭਾਵੇਂ ਤੂੰ ਲੱਖਾਂ ਰੱਖ ਲੈ ਕੋਈ ਫਾਇਦਾ ਨਹੀਂ। ਆਸਾ ਕੀ ਵਾਰ ਦਾ ਬਚਨ ਹੈ ਮਨ ਅੰਧਾ ਨਾਉ ਸੁਜਾਨ। ਸਤਿਗੁਰੂ ਕਿਰਪਾ ਕਰਦੇ ਵੀ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਰੱਬ ਤੇ ਸ਼ਰਧਾ ਵੀ ਹੋਵੇ, ਸੰਤੋਖ ਦੀਆਂ ਮੁੰਦਰਾਂ ਹੋਣ ਔਰ ਤੇਰਾ ਸਰੀਰ ਇੱਕ ਕੁਵਾਰੀ ਕਾਇਆ ਵਰਗਾ ਹੋਣਾ ਚਾਹੀਦਾ, ਭਾਵ ਕਿ ਸਵੱਛ ਹੋਣਾ ਚਾਹੀਦਾ। ਤੇਰਾ ਸਰੀਰ ਵਿਕਾਰਾਂ ਤੋਂ ਰਹਿਤ ਹੋਵੇ ਔਰ ਰੱਬ ਦੇ ਉੱਪਰ ਪ੍ਰਤੀਤ ਵੀ ਹੋਵੇ, ਸ਼ਰਧਾ ਵੀ ਹੋਵੇ। ਕਈ ਵਾਰੀ ਅਸੀਂ ਸ਼ਰਧਾ ਦੀ ਗੱਲ ਕਰਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਬਚਨ ਹੈ, ਕਹਿੰਦੇ ਜਿਨ ਸ਼ਰਧਾ ਰਾਮ ਨਾਮ ਲੱਗੀ ਤਿੰਨ ਦੂਜੈ ਚਿਤ ਨਾ ਲਾਇਆ ਰਾਮ। ਸਭ ਧਰਤੀ ਜੇ ਸਭ ਧਰਤੀ ਕੰਚਨ ਕਰ ਦੀਜੈ ਤਿੰਨ ਦੂਜੇ ਚਿਤ ਨਾ ਲਾਇਆ ਰਾਮ। ਕਹਿੰਦੇ ਜੇ ਉਹਨਾਂ ਵਾਸਤੇ ਸਾਰੀ ਧਰਤੀ ਸੋਨੇ ਤੇ ਚਾਂਦੀ ਦੀ ਬਣਾ ਦਿੱਤੀ ਜਾਵੇ, ਪਰ ਜਿਨ੍ਹਾਂ ਦੀ ਰੱਬ ਤੇ ਸ਼ਰਧਾ ਹੈ, ਇੱਕ ਪਾਸੇ ਸਾਰੀ ਧਰਤੀ ਸੋਨੇ ਚਾਂਦੀ ਦੀ ਬਣੀ ਹੋਵੇ ਪਰ ਉਹ ਰੱਬ ਤੋਂ ਕਦੀ ਵੀ ਆਪਣੀ ਸ਼ਰਧਾ ਨਹੀਂ ਉਠਾਉਣਗੇ, ਕਦੀ ਵੀ ਰੱਬ ਤੋਂ ਮੁਨਕਰ ਨਹੀਂ ਹੋਣਗੇ। ਜਿਨ ਸ਼ਰਧਾ ਰਾਮ ਨਾਮ ਲੱਗੀ, ਜਿਨ੍ਹਾਂ ਦੀ ਸ਼ਰਧਾ ਰੱਬ ਦੇ ਨਾਮ ਤੇ ਹੈ, ਤਿੰਨ ਦੂਜੇ ਚਿੱਤ ਨਾ ਲਾਇਆ ਰਾਮ। ਉਹਨਾਂ ਨੇ ਰੱਬ ਨੂੰ ਛੱਡ ਕੇ ਦੂਜੇ ਨਾਲ ਆਪਣਾ ਚਿੱਤ ਨਹੀਂ ਲਾਇਆ। ਜੇ ਧਰਤੀ ਸਭ ਕੰਚਨ ਕਰ ਦੀਜੈ, ਕੰਚਨ ਦਾ ਅਰਥ ਹੈ ਸੋਨਾ, ਭਾਵੇਂ ਸਾਰੀ ਧਰਤੀ ਸੋਨੇ ਦੀ ਬਣ ਜਾਵੇ, ਸੋਨੇ ਦੀ ਬਣਾ ਦਿੱਤੀ ਜਾਵੇ, ਬਿਨ ਨਾਮੈ ਅਵਰ ਨਾ ਭਾਇਆ ਰਾਮ। ਰੱਬ ਦੇ ਨਾਮ ਤੋਂ ਬਿਨਾ ਉਹਨਾਂ ਨੂੰ ਕੋਈ ਹੋਰ ਭਾਉਂਦਾ ਹੀ ਨਹੀਂ, ਭਾਵੇਂ ਧਰਤੀ ਵੀ ਸੋਨੇ ਦੀ ਕਿਉਂ ਨਾ ਬਣ ਜਾਏ। ਇਸ ਕਰਕੇ ਸਤਿਗੁਰੂ ਕਹਿੰਦੇ ਜੋਗੀ ਜੀ ਤੁਹਾਡੀ ਸ਼ਰਧਾ ਇਦਾਂ ਦੀ ਹੋਣੀ ਚਾਹੀਦੀ, ਮੁੰਦਾ ਸੰਤੋਖ ਸ਼ਰਮ ਪਤ ਝੋਲੀ। ਤੁਸੀਂ ਆਪਣੇ ਕੋਲ ਗੋਦੜੀ ਇਹ ਕੱਪੜਾ ਰੱਖਿਆ ਹੋਇਆ, ਪਰ ਉਦਮ ਵੀ ਹੋਣਾ ਚਾਹੀਦਾ ਤੁਹਾਡੇ ਕੋਲ। ਉਦਮ, ਸ਼ਰਮ ਦਾ ਅਰਥ ਹੈ ਉਦਮ। ਧਿਆਨ ਕੀ ਕਰੈ ਵਿਭੂਤ, ਔਰ ਆਪਣੇ ਧਿਆਨ ਨੂੰ, ਆਪਣੀ ਸੁਰਤ ਨੂੰ ਰੱਬ ਨਾਲ ਜੋੜੋ, ਆਪਣੀ ਲਿਵ ਰੱਬ ਨਾਲ ਜੋੜੋ। ਇਹ ਵਿਭੂਤ ਮਲੋ ਵੀ ਮੈਂ ਆਪਣੀ ਸੁਰਤ ਨੂੰ ਰੱਬ ਨਾਲ ਜੋੜਿਆ। ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ। ਕਹਿੰਦੇ ਫਿਰ ਤੁਹਾਡੀ ਜਿਹੜੀ ਕਾਇਆ ਹੈ ਉਹ
ਕੁਆਰੀ ਕਾਇਆ ਵਰਗੀ, ਭਾਵ ਕਿ ਸਵੱਛ ਤੇ ਵਿਕਾਰਾਂ ਤੋਂ ਰਹਿਤ ਹੋਣੀ ਚਾਹੀਦੀ। ਡੰਡਾ ਪ੍ਰਤੀਤ, ਤੇ ਪ੍ਰਤੀਤ ਦਾ ਡੰਡਾ, ਸ਼ਰਧਾ ਦਾ ਡੰਡਾ ਹੱਥ ਵਿੱਚ ਫੜੋ। ਇਸ ਕਰਕੇ ਆਈ ਪੰਥੀ ਸਗਲ ਜਮਾਤੀ, ਜੋਗੀਆਂ ਦੇ 12 ਫਿਰਕੇ ਨੇ, ਔਰ 12 ਫਿਰਕਿਆਂ ਦੇ ਵਿੱਚੋਂ ਇੱਕ ਫਿਰਕੇ ਦਾ ਨਾਮ ਹੈ ਆਈ ਪੰਥੀ, ਇਹਦਾ ਨਾਮ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਸਾਰਿਆਂ ਦੇ ਨਾਲ ਸੱਚਾ ਵਿਹਾਰ ਕਰੋ। ਜੇ ਤੁਸੀਂ ਆਪਣੇ ਇਸ ਤਰੀਕੇ ਨਾਲ ਮਨ ਨੂੰ ਜਿੱਤ ਲਿਆ ਤੇ ਤੁਹਾਡੀ ਜੱਗ ਤੇ ਜਿੱਤ ਹੈ, ਜੇ ਨਹੀਂ ਤੇ ਫਿਰ ਤੁਸੀਂ ਵੀ ਸੁੱਤੇ ਹੋਏ ਹੋ। ਸਤਿਗੁਰੂ ਕਹਿੰਦੇ ਜੋਗੀ ਗਿਰਹੀ ਗ੍ਰਸਤੀ ਲੋਕ, ਪੰਡਿਤ ਭੇਖ ਧਾਰੀ ਗਿਆਨਵਾਨ, ਔਰ ਆਪਣੇ ਸਰੀਰ ਤੇ ਧਰਮੀਆਂ ਵਾਲਾ ਪਹਿਰਾਵਾ ਪਾਉਣ ਵਾਲੇ, ਇਹ ਸੂਤੇ ਆਪਣੇ ਅਹੰਕਾਰੀ। ਜੋਗੀ ਨੂੰ ਆਪਣੇ ਲਿਬਾਸ ਤੇ ਅਹੰਕਾਰ ਹੈ। ਮੇਰੇ ਵਰਗਾ ਜਿਹੜਾ 4 ਸ਼ਬਦ ਗੁਰਬਾਣੀ ਦੇ ਕੰਠ ਕਰਕੇ ਬੋਲਣ ਲੱਗ ਜਾਂਦਾ ਹੈ, ਉਹਨੂੰ ਆਪਣੇ ਗੁਣ ਤੇ ਹੰਕਾਰ ਹੈ। ਔਰ ਗ੍ਰਸਤੀ ਲੋਕਾਂ ਨੂੰ ਆਪਣੇ ਘਰ-ਬਾਰ, ਧੀਆਂ ਪੁੱਤਰਾਂ, ਜ਼ਮੀਨ ਜਾਇਦਾਦ ਦਾ ਹੰਕਾਰ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਵੀ ਸਾਰੇ ਸੁੱਤੇ ਹੋਏ ਨੇ। ਜਿਵੇਂ ਕਬੀਰ ਸਾਹਿਬ ਨੇ ਗੱਲ ਕੀਤੀ, ਪੰਡਿਤ ਜਨ ਮਾਤੇ ਪੜ੍ਹ ਪੁਰਾਣ, ਪੁਰਾਣ ਨੂੰ ਪੜ੍ਹ ਪੜ੍ਹ ਕੇ ਪੰਡਿਤ ਵੀ ਸੁੱਤਾ ਹੋਇਆ ਹੈ। ਜੋਗੀ ਮਾਤੇ ਜੋਗ ਧਿਆਨ, ਤੇ ਜੋਗੀ ਵੀ ਮਸਤ ਹੈ, ਉਹ ਵੀ ਨਸ਼ੇ ਦੇ ਵਿੱਚ ਹੈ ਵੀ ਮੇਰੇ ਵਰਗਾ ਕੋਈ ਧਿਆਨ ਹੀ ਨਹੀਂ ਲਾ ਸਕਦਾ। ਸੰਨਿਆਸੀ ਮਾਤੇ ਅਹੰਮੇਵ, ਸੰਨਿਆਸੀਆਂ ਨੂੰ ਆਪਣੇ ਤੇ ਹੰਕਾਰ ਹੈ। ਤਪੱਸਈ ਮਾਤੇ ਤਪ ਕੇ ਭੇਵ, ਇੱਥੇ ਸਾਰੇ ਸੁੱਤੇ ਹੋਏ ਨੇ, ਮਸਤ ਨੇ ਬਿਲਕੁਲ ਮਾਇਆ ਦੇ ਮੋਹ ਦੀ ਨੀਂਦ ਵਿੱਚ। ਔਰ ਹਰ ਇੱਕ ਇੱਥੇ ਪੰਡਿਤ ਵੀ ਹੰਕਾਰੀ, ਜੋਗੀ ਵੀ ਹੰਕਾਰੀ, ਸੰਨਿਆਸੀ ਵੀ ਤੇ ਤਪਸਵੀ, ਸਾਰੇ ਹੰਕਾਰੀ। ਕਹਿੰਦੇ ਵੀ ਕੀ ਹੋਇਆ? ਗੁਰਬਾਣੀ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਕਿਤੇ ਚੋਰ ਨੂੰ ਆਖਦੇ ਨਾ ਵੀ ਆਪਣੇ ਮਨ ਦਾ ਹੰਕਾਰ ਛੱਡ, ਤੇ ਮੰਨਿਆ ਜਾਣਾ ਸੀ ਵੀ ਸਤਿਗੁਰੂ ਨੇ ਚੋਰ ਨੂੰ ਆਖਿਆ। ਸਤਿਗੁਰੂ ਇੱਕ ਮਾਇਆ ਧਾਰੀ ਨੂੰ ਕਹਿੰਦੇ ਵੀ ਆਪਣਾ ਹੰਕਾਰ ਛੱਡ, ਹਉਮੈ ਛੱਡ, ਤੇ ਮੰਨਦੇ ਵੀ ਸਤਿਗੁਰੂ ਨੇ ਮਾਇਆ ਧਾਰੀ ਨੂੰ ਆਖਿਆ। ਰਾਜੇ ਨੂੰ ਆਖਿਆ ਹੁੰਦਾ ਵੀ ਹੰਕਾਰ ਛੱਡੋ ਤੇ ਗੱਲ ਮੰਨੀ ਜਾ ਸਕਦੀ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਧਾਂ ਨੂੰ ਕਹਿੰਦੇ ਵੀ ਸਾਧੋ ਮਨ ਕਾ ਮਾਣ ਤਿਆਗੋ, ਕਾਮ ਕ੍ਰੋਧ ਸੰਗਤ ਦੁਰ ਜਨ ਕੀ ਤਾਂ ਤੇ ਅਹਨਿਸ ਭਾਗੋ। ਜਿੰਨਾ ਵੀ ਧਾਰਮਿਕ ਲਾਣਾ ਸਾਨੂੰ ਦਿਸਦਾ, ਉਹ ਭਾਵੇਂ ਇਸਲਾਮ ਵਿੱਚ ਹੈ, ਭਾਵੇਂ ਈਸਾਈ ਮਤ ਵਿੱਚ ਹੈ, ਭਾਵੇਂ ਹਿੰਦੂਇਜ਼ਮ ਵਿੱਚ ਹੈ, ਭਾਵੇਂ ਸਿੱਖਇਜ਼ਮ ਵਿੱਚ। ਇੱਕ ਗੁਰਮੁਖ ਕਥਾ ਕਰ ਰਹੇ ਸੀ, ਉਹ ਕਹਿੰਦੇ ਵੀ ਤੁਸੀਂ ਸਾਰੇ ਇਹਨਾਂ ਦੇ ਪ੍ਰਵਚਨ ਬੜੀ ਇਕਾਗਰਤਾ ਨਾਲ ਸੁਣਨੇ ਆ, ਪਰ ਜਿਵੇਂ ਸਰੀਰ ਦਾ ਸਕੈਨ ਹੁੰਦਾ ਨਾ, ਸਕੈਨਿੰਗ ਹੋਵੇ ਤੇ ਡਾਕਟਰ ਦੱਸ ਦਿੰਦਾ ਹੈ ਵੀ ਇਹਨੂੰ ਕਿਹੜੀ ਕਿਹੜੀ ਬਿਮਾਰੀ ਹੈ, ਔਰ ਕੀ ਕੀ ਇਹਦੇ ਵਿੱਚ ਕਮੀ ਹੈ, ਕੀ ਕੀ ਘਾਟ ਹੈ, ਔਰ ਦਵਾਈ ਲੈਣ ਦੀ ਲੋੜ ਹੈ। ਕਹਿੰਦੇ ਵੀ ਜਿਵੇਂ ਸਕੈਨਿੰਗ ਕੀਤਿਆਂ ਸਰੀਰ ਦੇ ਸਾਰੇ ਰੋਗ ਬਿਮਾਰੀਆਂ ਘਾਟਾਂ ਦਾ ਪਤਾ ਲੱਗ ਜਾਂਦਾ ਹੈ। ਉਹ ਕਹਿੰਦੇ ਵੀ ਜੇ ਮਨ ਦੀ ਸਕੈਨਿੰਗ ਹੁੰਦੀ ਨਾ, ਤੇ ਕਿਸੇ ਨੇ ਵੀ ਇਹਨਾਂ ਧਰਮੀ ਬੰਦਿਆਂ ਦੇ ਕੋਲੋਂ ਗੁਣ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਸੀ ਹੋਣਾ ਵੀ ਇਹਨਾਂ ਦਾ ਬੇੜਾ ਤੇ ਸਾਡੇ ਨਾਲੋਂ ਵੀ ਗਰਕਿਆ ਪਿਆ ਹੈ। ਕਾਰਨ ਕੀ? ਵੀ ਸੁੱਤੇ ਹੀ ਸਾਰੇ ਹੋਏ ਨੇ। ਕਬੀਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਵੀ ਜੋਗੀ ਗਿਰਹੀ ਪੰਡਿਤ ਭੇਖ ਧਾਰੀ, ਤੀਜੇ ਪਾਤਸ਼ਾਹ, ਤੇ ਕਬੀਰ ਸਾਹਿਬ ਕਹਿੰਦੇ ਪੰਡਿਤ ਜਨ ਮਾਤੇ ਪੜ੍ਹ ਪੁਰਾਣ, ਜੋਗੀ ਮਾਤੇ ਜੋਗ ਧਿਆਨ, ਸੰਨਿਆਸੀ ਮਾਤੇ ਅਹਮੇਵ, ਤਪੱਸਈ ਮਾਤੇ ਤਪ ਕੈ ਭੇਵ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਧੋ ਮਨ ਕਾ ਮਾਣ ਤਿਆਗੋ। ਹੁਣ ਕਿਸੇ ਮਾਇਆ ਧਾਰੀ ਨੂੰ, ਰਾਜੇ ਨੂੰ, ਹੰਕਾਰੀ ਨੂੰ ਆਖਿਆ ਹੁੰਦਾ ਤੇ ਮੰਨ ਜਾਂ, ਪਰ ਸਤਿਗੁਰੂ ਨੇ ਸਾਧਾਂ ਨੂੰ ਆਖਿਆ ਸਾਧੋ ਮਨ ਕਾ ਮਾਣ ਤਿਆਗੋ। ਕਾਮ ਭਾਵ ਕੀ ਇਹ ਕਾਮੀ ਵੀ ਹੋਣਗੇ, ਕ੍ਰੋਧੀ ਵੀ ਹੋਣਗੇ। ਕਾਮ ਕ੍ਰੋਧ ਸੰਗਤ ਦੁਰ ਜਨ ਕੀ, ਮਾੜੇ ਬੰਦਿਆਂ ਦੀ ਸੰਗਤ।
ਤਾਂ ਤੇ ਅਹਨਿਸ ਭਾਗੋ। दिन रात माड़े बंदियां दी कामियां ते क्रोधियां दे कोलों तुसीं दूर रहो। हुण सतगुरु ने साधा नूं क्यों आख्या भी साधो मन का मान त्यागो। कहंदे भी एक वारी दो साधु लड़ रहे सन। एक साधु कहंदा भी मैं बड़ा त्यागी हाँ, मेरे वर्गा कोई त्यागी नहीं हो सकता। वो कहंदा भी की त्याग के आया? कहंदा मैं घर छड्ड दिता, मैं परिवार छड्ड दिता, मैं ते करोड़ां त्याग आया, मेरे वर्गा कोई त्यागी नहीं। दूजा कहंदा फिर मेरे वर्गा दानी भी कोई नहीं हो सकता। वो कहंदा भी तूं की दान कीता है? वो कहंदा मेरे कोल जिहड़ा करोड़ां रुपइयां दी जमीन जायदाद और रुपया धन सोना चांदी सी, वो सारी मैं दान कर आया। तीजा गल सुनदा पिया सी। वो कहंदा भलिओ बने ते तुसीं दोवें ही साधु हो। एक ने करोड़ां त्याग दिता है ते वो साधु बन गया है, एक ने करोड़ां दान कर दिता है ते वो साधु बन गया है। वो कहंदा की होया? जे करोड़ां त्याग भी आया ते करोड़ां दान भी कर आया, पर मान ते नहीं ना छड्डिया। हंकार दीयां पंडां दे कोल ही ने। एक दान करके हंकार दीयां पंडां बन्नी फिरदा, दूजा त्याग करके हंकार दीयां पंडां बन्नी फिरदा। ताही सतगुरु ने आख्या भी साधो मन का मान त्यागो। ते कबीर साहब दा बचन है सलोकां दे विच। वो कहंदे कबीर माया तजी तो क्या भया। कहंदे की हो गया? बंदे ने माया छड्ड दित्ती। जो मान तजिया नहीं जाए, मान मुनि मुन वर गले, मान सबै को खाए। कबीर माया तजी तो क्या भया। कहंदे की होया जे माया छड्ड दित्ती? जो मान तजिया नहीं जाए, कहंदे छड्डना सी हंकार, पर छड्डण वाले हंकार नूं छड्डिया नहीं। मान मुनि मुन वर गले, मान सबै को खाए। ये मान दे विच वड्डे वड्डे ऋषि मुनि गर्क हो गए ते मान ही हंकार ही सारियां नूं खा रहे। इसे करके पंजवें पातशाह ने आख्या भी बड़े बड़े अहंकारिया नानक गर्भ गले। हंकार दे विच ही ये नाश हो गए। हजूर कहंदे जोगी गिरही पंडित भेख धारी, ए सूते अपने अहंकारी। कबीर साहब कहंदे पंडित जन माते पढ़ पुराण, जोगी माते जोग ध्यान, सन्यासी माते अहमेव, तपस्याई माते तप कै भेव, सब मद माते को ना जाग, संग ही चोर घर मूसण लाग। कहंदे भी नाल चोर ने, सारे सुते होए ने, और काम क्रोध लोभ मोह हंकार इस शरीर रूपी घर नूं लुट रहे ने। कोई जागदा भी है? कबीर साहब कहंदे हाँ जागदा है। कहंदे जागै सुख देओ अर अंकुर, हणवंत जागै धर लंकूर, शंकरा जागै चरण सेव। कबीर साहब कहंदे जागदा सुख देओ अते अंकुर, और पूछल वाला हनुमान भी जागदा है। और कहंदे इत्थे जागदा शिव जी, और कल जागै नामा जय देव। कहंदे हनुमान शिव जी सुखदेव अंकुर ते कलयुग दे विच भगत नामदेव ते जयदेव जाग रहे ने। कबीर साहब कहंदे जागत सोवत सारा जगत, कोई जाग रहा है कोई सौ रहा है। और जेड़ा रात नूं सुत्ता है वो भी लुटिया जाना है, और जेड़ा जाग रहा है चोर, उस जागण वाले दे मन दे विच भी पुण्य नहीं, उस जागण वाले दे मन दे विच भी चंगा सुभाਅ नहीं, ईर्ख है, उहदे मन दे विच विकार है चोरी दा। इस करके सारे ही लुटे जाणगे। रब दे दर ते कोई भी प्रवान नहीं होएगा, भावें कोई जागदा है ते भावें कोई सुत्ता है। शरीर करके बंदा जागदा है और मन करके सुत्ता होया है। ताही सतगुरु ने गुरबाणी दे विच वार वार गल जागण दी कीती है। जागण दी भावें बंदा शरीरक नींद करके जाग रहा है, और सतगुरु कहंदे तू मन करके सुत्ता है, जाग जाग ले रे मना जाग ले।
ਕਾਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਜਨ, ਹਿਤ ਜਾਸਿਓ ਕੀਨਾ। ਜੀਓ ਛੁਟਿਓ ਜਬ ਦੇਹ, ਤੇ ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ, ਜਗ ਕੋ ਤੁਮ ਜਾਨੋ। ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਓਨਾ ਚਿਰ ਇਹ ਤੇਰੇ ਮਾਤਾ ਪਿਤਾ ਧੀਆਂ ਪੁੱਤਰ ਸੱਜਣ ਮਿੱਤਰ ਨੇ ਜਿੰਨਾ ਚਿਰ ਸਰੀਰ 'ਚ ਸਵਾਸ ਨੇ, ਪਰ ਜਾਗ ਤੂੰ ਜਦੋਂ ਸਵਾਸ ਨਿਕਲ ਗਏ ਨਾ, ਆਤਮਾ ਦਾ ਸਰੀਰ ਨਾਲੋਂ ਵਿਛੋੜਾ ਪੈ ਗਿਆ ਤੇ ਇਹਨਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟ ਦੇਣਾ। ਔਰ ਜਾਗ। ਭਗਤ ਰਵਿਦਾਸ ਜੀ ਦਾ ਸ਼ਬਦ ਸ਼ੁਰੂ ਹੁੰਦਾ, ਉਹ ਕਹਿੰਦੇ ਵੀ ਜੋ ਦਿਨ ਆਵੇਂ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਣਾ, ਐ ਅਣਜਾਣ ਨਿਆਣੇ ਮਨੁੱਖ ਜਾਗ। ਕਿਆ ਤੂੰ ਸੋਇਆ ਜਾਗ ਇਆਣਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਸਭ ਘਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਰਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੈ ਦਿਸ਼ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਇਸ ਕਰਕੇ ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਦਾਨਾ। ਤੂੰ ਇਸ ਜਗਤ ਤੇ ਜੀਵਨ ਨੂੰ ਸੱਚ ਕਰਕੇ ਜਾਣਿਆ, ਔਰ ਜਾਗ ਤੂੰ ਸੁੱਤਾ ਹੋਇਆ। ਹਜ਼ੂਰ ਬਖਸ਼ਿਸ਼ ਕਰਦੇ ਨੇ, ਮਾਇਆ ਮਦ ਮਾਤਾ ਰਹਿਆ ਸੋਏ। ਮਾਇਆ ਦੇ ਨਸ਼ੇ ਦੇ ਵਿੱਚ, ਮਾਇਆ ਦੇ ਮੋਹ ਦੀ ਨੀਂਦ ਦੇ ਵਿੱਚ ਵਿਅਕਤੀ ਮਨੁੱਖ ਬੰਦਾ ਸੁੱਤਾ ਹੋਇਆ ਹੈ। ਜਾਗਤ ਰਹਿ ਨਾ ਮੁਸੈ ਕੋਏ, ਪਰ ਜਿੰਨਾ ਚਿਰ ਸੁੱਤਾ ਹੈ ਉਹਨਾਂ ਚਿਰ ਘਰ ਲੁੱਟਿਆ ਜਾਣਾ। ਔਰ ਜਦੋਂ ਜਾਗੇਗਾ ਫਿਰ ਕੋਈ ਘਰ ਨਹੀਂ ਲੁੱਟੇਗਾ, ਬਚ ਜਾਵੇਗਾ ਘਰ ਦਾ ਸਾਜੋ ਸਮਾਨ। ਸੋ ਜਾਗੈ ਜਿਸ ਸਤਿਗੁਰ ਮਿਲੈ। ਮਨ ਕਰਕੇ ਆਤਮਾ ਕਰਕੇ ਉਹ ਜਾਗੇਗਾ, ਜ਼ਮੀਰ ਉਹਦੀ ਜਾਗੇਗੀ ਜਿਹਨੂੰ ਗੁਰੂ ਮਿਲੇਗਾ, ਜਿਹਨੂੰ ਗੁਰੂ ਦੀ ਗੱਲ ਚੇਤੇ ਹੋਵੇਗੀ। ਕਹਿੰਦੇ ਪੰਚ ਦੂਤ ਉਹ ਵਸਗਤ ਕਰੈ, ਜਿਹਨੂੰ ਗੁਰੂ ਮਿਲ ਪਵੇ ਉਹ ਪੰਜਾਂ ਦੂਤਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਵਸ ਵਿੱਚ ਕਰ ਲਵੇਗਾ। ਸੋ ਜਾਗੈ ਜੋ ਤਤ ਵਿਚਾਰੈ। ਜਾਗੇਗਾ ਉਹ ਜਿਹਨੂੰ ਤਤ ਦੀ ਪਛਾਣ ਹੈ, ਜਿਹਨੂੰ ਸੱਚ ਤੇ ਝੂਠ ਦੀ ਪਛਾਣ ਹੈ, ਜਿਹਦੇ ਕੋਲ ਵਿਵੇਕ ਬੁੱਧੀ ਹੈ, ਜਿਹਦੇ ਕੋਲ ਗੁਰੂ ਦਾ ਸ਼ਬਦ ਹੈ। ਕੇਵਲ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹੀ ਜਾਗਦਾ ਹੈ। ਸੋ ਜਾਗੈ ਜੋ ਤਤ ਵਿਚਾਰੈ, ਆਪ ਮਰੈ ਅਵਰਾ ਨਹਿ ਮਾਰੈ। ਫਿਰ ਉਹ ਜਾਗਣ ਵਾਲਾ ਵਿਅਕਤੀ ਆਪਣਾ ਤੇ ਹੋ ਸਕਦਾ ਨੁਕਸਾਨ ਹੋ ਜਾਵੇ, ਪਰ ਲੋਕਾਂ ਦਾ ਭਲਾ ਕਰੇਗਾ। ਉਹ ਜਾਗਣ ਵਾਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੇ, ਆਪਾ ਭਾਵ ਮਾਰ ਕੇ ਲੋਕਾਂ ਦਾ ਬੁਰਾ ਨਹੀਂ ਕਰੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਸੋ ਜਾਗੈ ਜੋ ਤਤ ਵਿਚਾਰੈ, ਆਪ ਮਰੈ ਅਵਰਾ ਨਹਿ ਮਾਰੈ। ਸੋ ਜਾਗੈ ਜੋ ਏਕੋ ਜਾਣੈ। ਜਾਗਦਾ ਕੇਵਲ ਉਹ ਹੈ ਜਿਹੜਾ ਇੱਕ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਜਾਣ ਲਵੇ। ਜਿਨੇ ਇੱਕ ਨੂੰ ਨਹੀਂ ਜਾਣਿਆ ਤੇ ਉਹ ਸਮਝੋ ਸੁੱਤਾ ਹੀ ਹੋਇਆ ਹੈ। ਇਸ ਕਰਕੇ ਜਿਹਦੇ ਮਨ ਹਿਰਦੇ ਦੇ ਵਿੱਚ ਇੱਕ ਦੇ ਪ੍ਰਤੀ ਸ਼ਰਧਾ ਹੈ, ਇੱਕ ਦਾ ਵਿਸ਼ਵਾਸ ਹੈ ਹਿਰਦੇ ਦੇ ਵਿੱਚ, ਉਹੀ ਜਾਗ ਰਿਹਾ। ਔਰ ਦੂਜੇ ਤੀਜੇ ਦੀ ਟੇਕ ਆਸ ਆਸਰਾ ਓਟ ਭਰੋਸਾ ਰੱਖਣ ਵਾਲੇ, ਉਹਨਾਂ ਦੇ ਵਹਿਣਾਂ ਦੇ ਵਹਿਣ ਸਤਿਗੁਰੂ ਕਹਿੰਦੇ ਮੈਂ ਰੁੜਦੇ ਹੋਏ ਜਾਂਦੇ ਦੇਖੇ ਨੇ। ਔਰ ਇਸੇ ਕਰਕੇ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਵੀ ਦੂਜੇ ਭਾਵੀਂ ਨਾਨਕਾ ਵਹਿਣ ਲੁੜੰਦੜੀ ਜਾਏ। ਵਹਿਣਾਂ ਦੇ ਵਹਿਣ ਮੈਂ ਦੂਜੇ ਭਾਅ ਦੇ ਵਿੱਚ ਰੁੜਦੇ ਹੋਏ ਦੇਖੇ ਨੇ। ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਸੋ ਜਾਗੈ ਜੋ ਏਕੋ ਜਾਣੈ।
ਜਾਗੇ ਹੋਏ ਦੀ ਨਿਸ਼ਾਨੀ ਇਹ ਹੈ ਵੀ ਜਿਨਨੇ ਇੱਕ ਨੂੰ ਜਾਣਿਆ ਪਰ ਕਿਰਤ ਛੋੜੈ। ਪਰਾਈ ਕਿਰਤ ਇਕੱਠੀ ਕਰੀ ਜਾਣੀ, ਪਰਾਇਆ ਧਨ ਇਕੱਠਾ ਕਰੀ ਜਾਣਾ, ਮਾਇਆ ਇਕੱਠੀ ਕਰੀ ਜਾਣੀ। ਸਤਿਗੁਰੂ ਕਹਿੰਦੇ ਜਿਹੜਾ ਇਹ ਮਾਇਆ ਦਾ ਮੋਹ ਤਿਆਗ ਦੇਵੇ ਤੇ ਉਹ ਤੱਤ ਦੀ ਪਛਾਣ ਕਰ ਲੈਂਦਾ ਹੈ। ਅਸਲ ਦੇ ਵਿੱਚ ਉਹਨੂੰ ਤੱਤ ਦੀ ਪਛਾਣ ਹੈ ਜਿਨਨੇ ਮਾਇਆ ਦੇ ਮੋਹ ਨੂੰ ਤਿਆਗਿਆ ਹੈ। ਔਰ ਜਿਹੜਾ ਇਸ ਸੰਸਾਰੀ ਮੋਹ ਤੋਂ ਉਤਾਂ ਉੱਠ ਕੇ ਆਪਣੀ ਜ਼ਿੰਦਗੀ ਤੇ ਜੀਵਨ ਜਿਉ ਰਿਹਾ ਉਹ ਜਾਗਦਾ ਨਹੀਂ ਤੇ ਬਲਕਿ ਸੁੱਤਾ ਹੋਇਆ। ਇਸੇ ਕਰਕੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਵੀ ਜੈਸੇ ਬੋਝ ਭਰੀ ਨਾਵ ਅੰਗੁਰੀ ਦਵੈ ਬਾਰ ਹੋਏ ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਭਾਈ ਗੁਰਦਾਸ ਜੀ ਉਹ ਕਹਿੰਦੇ ਭਲਿਆ ਜਿਵੇਂ ਇੱਕ ਪੂਰ ਦੇ ਨਾਲ ਭਰੀ ਹੋਈ ਬੇੜੀ ਪਾਣੀ ਤੋਂ ਲਗਭਗ 2 ਉਂਗਲਾਂ ਉਤਾਂਹ ਹੈ, ਪਰ ਉਹ ਪਾਣੀ ਦੇ ਵਿੱਚ ਤਰਦੀ ਹੋਈ ਲਗਭਗ 2 ਉਂਗਲਾਂ ਉਤਾਂਹ ਤੇ ਪਾਰ ਹੋ ਜਾਂਦੀ ਹੈ। ਸਾਰਾ ਪੂਰ ਪਾਰਲੇ ਬੰਨੇ ਲੱਗ ਕੇ ਤੇ ਖੁਸ਼ ਹੁੰਦਾ ਹੈ। ਪਰ ਜੇ ਉਹ ਬੇੜੀ 2 ਉਂਗਲਾਂ ਰਹਿੰਦੀ ਵੀ ਪਾਣੀ ਦੇ ਵਿੱਚ ਡੁੱਬ ਜਾਏ ਤੇ ਫਿਰ ਸਾਰਾ ਪੂਰ ਵੀ ਮਰ ਜਾਣਾ। ਕਹਿੰਦੇ ਜਿਵੇਂ ਬੇੜੀ 2 ਉਂਗਲਾਂ ਪਾਣੀ ਤੋਂ ਉਤਾਂਹ ਹੈ ਔਰ ਪੂਰ ਪਾਰ ਹੋ ਗਿਆ ਤੇ ਖੁਸ਼ ਹੈ, ਤੇਰੇ ਜ਼ਿੰਦਗੀ ਤੇ ਜੀਵਨ ਦੀ ਬੇੜੀ ਵੀ ਲਗਭਗ 2 ਉਂਗਲਾਂ ਉਤਾਂਹ ਹੋਣੀ ਚਾਹੀਦੀ ਸੰਸਾਰਿਕ ਮੋਹ ਤੋਂ। ਇਸੇ ਕਰਕੇ ਸਤਿਗੁਰੂ ਨੇ ਹਲੂਣਾ ਦਿੱਤਾ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਜਿਵੇਂ ਅੱਜ ਵੀ ਅਸੀਂ ਦੇਖਦੇ ਹਾਂ ਵੀ ਰਾਜਸਥਾਨ ਵਰਗੇ ਮਾਰੂ ਇਲਾਕਿਆਂ ਦੇ ਵਿੱਚੋਂ ਗਵਾਲੇ ਆਪਣੀਆਂ ਗਾਵਾਂ ਲੈ ਲੈ ਕੇ ਉਪਜਾਊ ਜ਼ਮੀਨਾਂ ਉਪਜਾਊ ਧਰਤੀਆਂ ਵੱਲ ਨੂੰ ਆਉਂਦੇ ਜਾਂਦੇ ਰਹਿੰਦੇ ਨੇ। ਪਰ ਜੇ ਉਹ ਗਵਾਲੇ ਆ ਕੇ ਆਖਣ ਵੀ ਅਸੀਂ ਸਦਾ ਹੀ ਇੱਥੇ ਰਹਿਣਾ, ਉਹਨਾਂ ਦੀ ਭੁੱਲ ਹੈ। ਕਹਿੰਦੇ ਜਿਵੇਂ ਗਵਾਲੇ ਗਾਵਾਂ ਲੈ ਕੇ ਆਉਣ ਔਰ ਸੜਕਾਂ ਤੇ ਰਾਹਾਂ ਦੇ ਕੰਢਿਆਂ ਤੇ ਚਾਰ ਕੇ ਮਹੀਨਾ 10-20 ਦਿਨ ਉਹ ਦੁਬਾਰਾ ਚਲੇ ਜਾਂਦੇ ਨੇ, ਬਸ ਇਸੇ ਤਰ੍ਹਾਂ ਤੂੰ ਵੀ ਇੱਥੇ ਆਇਆ ਤੇ ਥੋੜੇ ਸਮੇਂ ਵਾਸਤੇ ਬਲਕਿ ਬਾਅਦ ਚੋਂ ਚਲੇ ਜਾਣਾ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਪਰ ਕਹਿੰਦੇ ਕੂੜ ਕਮਾਵੇ ਆਦਮੀ ਬੰਧੈ ਘਰ ਬਾਰਾ। ਹਜ਼ੂਰ ਕਹਿੰਦੇ ਜਾਗੋ ਜਾਗੋ ਸੂਤੇ ਹੋ, ਚੱਲਿਆ ਵਣਜਾਰਾ। ਇਹ ਸਮਾਂ ਬਤੀਤ ਹੁੰਦਾ ਜਾ ਰਿਹਾ ਔਰ ਮਾਇਆ ਦੀ ਮੋਹ ਦੀ ਨੀਂਦ ਦੇ ਵਿੱਚ ਸੁੱਤੇ ਹੋਏ, ਗਾਫਲਤਾ ਦੀ ਨੀਂਦ ਦੇ ਵਿੱਚੋਂ ਜਾਗ। ਹਜ਼ੂਰ ਕਹਿੰਦੇ ਜਾਗਦਾ ਉਹ ਹੈ ਸੋ ਜਾਗੈ ਜੋ ਏਕੋ ਜਾਣੈ, ਪਰ ਕਿਰਤ ਛੋੜੈ ਤਤ ਪਛਾਣੈ। ਚੌਹਾਂ ਵਰਨਾਂ ਵਿੱਚ ਜਾਗੈ ਕੋਏ। ਕਹਿੰਦੇ ਚਾਰੇ ਵਰਨਾਂ ਦੇ ਵਿੱਚੋਂ ਕੋਈ ਜਾਗਦਾ। ਕੌਣ ਜਾਗਦਾ? ਉਹ ਜਾਗ ਰਿਹਾ। ਸਤਿਗੁਰੂ ਕਹਿੰਦੇ ਸੋ ਜਾਗੈ ਜੋ ਏਕੋ ਜਾਣੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਅਸੀਂ ਤੁਸੀਂ ਸਮੁੱਚੀ ਮਨੁੱਖਤਾ ਦੇ ਵਿੱਚੋਂ ਉਹ ਜਾਗਦਾ ਜਿਹੜਾ ਜਾਗ ਗਿਆ, ਜਿਹਨੇ ਇੱਕ ਨੂੰ ਪਛਾਣਿਆ। ਫਿਰ ਜੰਮੈ ਕਾਲੈ ਤੇ ਛੁਟੈ ਸੋਏ। ਨਾ ਉਹਨੂੰ ਜਮਾਂ ਦਾ ਡਰ, ਜਾਗੇ ਹੋਏ ਨੂੰ ਨਾ ਮੌਤ ਦਾ ਡਰ, ਨਾ ਧਰਮ ਰਾਜ ਦਾ ਡਰ, ਨਾ ਚਿੱਤਰ ਦਾ ਡਰ, ਨਾ ਗੁਪਤ ਦਾ ਡਰ, ਨਾ ਜਮਾਂ ਦੀ ਮਾਰ ਦਾ ਡਰ। ਔਰ ਜਿਹੜਾ ਜਾਗ ਗਿਆ ਜਿਹਨੇ ਇੱਕ ਨੂੰ ਪਛਾਣ ਲਿਆ, ਕਹਿੰਦੇ ਕਹਿਤ ਨਾਨਕ ਜਨ ਜਾਗੈ ਸੋਏ, ਗਿਆਨ ਅੰਜਨ ਜਾ ਕੀ ਨੇਤਰੀ ਹੋਏ। ਜਿਨੇ ਗਿਆਨ ਦਾ ਸੁਰਮਾ ਆਪਣੀ ਆਤਮਾ ਦੀਆਂ ਅੱਖਾਂ ਦੇ ਵਿੱਚ ਪਾਇਆ ਔਰ ਜਿਨੇ ਅੰਦਰ ਗਿਆਨ ਦਾ ਦੀਵਾ ਜਗਾਇਆ, ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਇਹ ਜਾਗੇ ਦੀ ਨਿਸ਼ਾਨੀ ਹੈ। ਕਹਿਤ ਨਾਨਕ ਜਨ ਜਾਗੈ ਸੋਏ, ਗਿਆਨ ਅੰਜਨ ਜਾਕੀ ਨੇਤਰੀ ਹੋਏ। ਜਿਹਦੇ ਆਤਮਾ ਦੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਵੀ ਇਹ ਜਾਗੇ ਮਨ ਦੀ ਨਿਸ਼ਾਨੀ ਹੈ। ਕਿਹੜੀ? ਕਿ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਇਸ ਮਨ ਨੂੰ ਮਿੱਠੀ ਲੱਗਣ ਲੱਗ ਜਾਵੇ, ਉਦੋਂ ਸਮਝੋ ਵੀ ਇਹ ਮਨ ਜਾਗ ਗਿਆ। ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੈ ਪ੍ਰੇ ਕੀ ਬਾਣੀ। ਜਦੋਂ ਰੱਬ ਦੀ ਸਿਫਤ ਸਲਾਹ ਵਾਲੀ ਬਾਣੀ ਇਸ ਮਨ ਨੂੰ ਹੁਣ ਲੱਗ ਜਾਵੇ, ਚੰਗੀ ਲੱਗੇ, ਮਿੱਠੀ ਲੱਗੇ, ਤੇ ਉਦੋਂ ਸਮਝੋ ਇਹ ਮਨ ਜਾਗ ਗਿਆ। ਜਿਨ੍ਹਾਂ ਨੇ ਗਿਆਨ ਦਾ ਸੁਰਮਾ ਆਪਣੇ ਆਤਮ ਰੂਪੀ ਨੇਤਰਾਂ ਦੇ ਵਿੱਚ ਪਾਇਆ, ਉਹੀ ਲੋਕ ਸੁਖੀਏ,
ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।